students. So now let us continue and with the chapter and finish it. Now we were on page number 8. The paragraph was Bhutta Singh's suicide ਜਿਹੜੀ ਉਹਨੇ ਖੁਦਕੁਸ਼ੀ ਕੀਤੀ ਸੀ stirred a wave of emotion in Pakistan and his funeral became an event of national importance. Though he was an Indian, but the people of Pakistan became very emotional when Bhutta Singh committed suicide. Even in death, however, the elderly Sikh remained a symbol of those terrible days when the Punjab was in flames, and he had thought he was blessed among the suffering because he had bought happiness for 1500 rupees. So the ਜਿਹੜੀ ਗਲਤ ਫਹਿਮੀ ਸੀ ਕਿ ਮੈਂ ਖੁਸ਼ੀ ਖਰੀਦ ਲਈ ਹੈ 1500 ਰੁਪਏ ਦੇ ਵਿੱਚ, ਉਹ ਇਹਦੀ ਗਲਤ ਫਹਿਮੀ ਸੀ and he remained a symbol of tragedy only. ਮਤਲਬ ਜੋ ਇਹਦੇ ਨਾਲ ਹੋਈ ਉਹ ਕਿਸੇ ਹੋਰ ਨਾਲ ਨਹੀਂ ਹੋਈ ਹੋਣੀ. So Zainab's family and the inhabitants of their village refused to permit Bhutta Singh's burial in the village cemetery. So ਉਹਦੇ ਨਾਲ ਕੀ ਟ੍ਰੈਜਡੀ ਹੋਈ ਕਿ ਉਹਦੀ ਜਿਹੜੀ ਅੰਤਿਮ ਇੱਛਾ ਸੀ ਉਹ ਵੀ ਜ਼ੈਨਬ ਦੇ ਪਰਿਵਾਰ ਨੇ ਤੇ ਉਹ ਵਾਲਾ ਜਿਹੜਾ ਪਿੰਡ ਜਿੱਥੇ ਕਿ ਜ਼ੈਨਬ ਰਹਿੰਦੀ ਸੀ ਉਹਨਾਂ ਨੇ ਉਹਦੀ ਅੰਤਿਮ ਇੱਛਾ ਨੂੰ ਵੀ ਮਨਜ਼ੂਰ ਨਹੀਂ ਕੀਤਾ. ਸੋ ਉਹਦੀ ਲਾਸਟ ਵਿਸ਼ ਕੀ ਸੀਗੀ that he should be buried in the village of Zainab, but even that wish was not permitted by Bhutta Singh's by Zainab's family and the people who lived in that village. The village males, led by Zainab's second husband, on February 22, 1957, barred its entrance to his coffin. So ਜਦੋਂ ਉਹਦੀ ਅੰਤਿਮ ਇੱਛਾ ਦਾ ਸਤਿਕਾਰ ਕਰਦੇ ਹੋਏ ਜਦੋਂ ਉਹਦੇ ਤਾਬੂਤ ਨੂੰ, ਕਾਫਿਨ ਕੀ ਹੁੰਦਾ, ਕਾਫਿਨ ਇਜ਼ ਦੈਟ ਬਾਕਸ ਜਿਹਦੇ ਵਿੱਚ ਕਿ ਡੈਡ ਬੋਡੀ ਨੂੰ ਰੱਖਿਆ ਜਾਂਦਾ ਹੈ ਔਰ ਫਿਰ ਦਬਾਇਆ ਜਾਂਦਾ ਹੈ ਇਨ ਮੁਸਲਿਮ ਟ੍ਰੈਡੀਸ਼ਨਸ. ਸੋ ਫਿਰ ਜਦੋਂ ਉਹਦੀ ਡੈਡ ਬੋਡੀ ਨੂੰ ਉਹਦੇ ਜ਼ੈਨਬ ਦੇ ਪਿੰਡ ਲੈ ਕੇ ਜਾਇਆ ਗਿਆ, ਕਿਹੜੀ ਡੇਟ ਨੂੰ, ਫੈਬਰਰੀ 22, 1957. ਤਾਂ ਫਿਰ ਕੀ ਹੋਇਆ, ਉੱਥੇ ਜਿਹੜੇ ਪਿੰਡ ਦੇ ਜ਼ੈਨਬ ਦੇ ਪਿੰਡ ਦੇ ਜਿਹੜੇ ਮੇਲਸ ਸੀ ਉਹਨਾਂ ਦੇ ਸਭ ਤੋਂ ਅੱਗੇ ਕੌਣ ਲੱਗਾ ਹੋਇਆ ਸੀ, ਜ਼ੈਨਬ ਦਾ ਦੂਜਾ ਹਸਬੈਂਡ. ਸੋ ਉਹਨਾਂ ਨੇ ਬਿਲਕੁਲ ਆ ਕੇ ਉਹਦੇ ਤਾਬੂਤ ਨੂੰ, ਉਹਦੇ ਕੌਫਿਨ ਨੂੰ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ. ਤੇ ਰਾਦਰ ਦੈਨ ਪ੍ਰੋਵੋਕ ਅ ਰਾਇਟ, the authorities ordered the coffin and the thousands of Pakistanis touched by Bhutta Singh's drama who had followed it to return to Lahore. So authorities ਨੂੰ ਵੀ ਕੀ ਲੱਗਾ ਕਿ ਜੇ ਅਸੀਂ ਹੁਣ ਇੱਥੇ ਜ਼ਬਰਦਸਤੀ ਇਹਦੇ ਤਾਬੂਤ ਨੂੰ ਅੰਦਰ ਲੈ ਕੇ ਜਾਵਾਂਗੇ, ਕੌਫਿਨ ਨੂੰ ਅੰਦਰ ਲੈ ਕੇ ਜਾਵਾਂਗੇ, ਫਿਰ ਕੀ ਹੋਏਗਾ, ਦੰਗਾ ਹੋ ਸਕਦਾ. ਸੋ ਦੰਗਾ ਅਵੋਇਡ ਕਰਨ ਵਾਸਤੇ ਸੋ ਉਹਨਾਂ ਨੇ ਕੀ ਕੀਤਾ, ਦ ਅਥੋਰਿਟੀਜ਼ ਆਰਡਰਡ ਦ ਕੌਫਿਨ. ਉਹਨਾਂ ਨੇ ਕੀ ਕਿਹਾ ਕਿ ਇਸ ਤਾਬੂਤ ਨੂੰ ਵਾਪਸ ਲਾਹੌਰ ਹੀ ਲੈ ਕੇ ਜਾਇਆ ਜਾਏ. ਔਰ ਹੈਰਾਨੀ ਦੀ ਗੱਲ ਕੀ ਹੈ ਕਿ ਉਸ ਤਾਬੂਤ ਦੇ ਨਾਲ ਕਿੰਨੇ ਸੀਗੇ, ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਕਿਸਤਾਨੀ ਸੀਗੇ ਜਿਹੜੇ ਕਿ ਬੂਟਾ ਸਿੰਘ ਦੀ ਸਟੋਰੀ ਤੋਂ ਬਹੁਤ ਭਾਵੁਕ ਹੋ ਗਏ ਸੀ, ਬਹੁਤ ਇਮੋਸ਼ਨਲ ਹੋ ਗਏ ਸੀ. ਐਂਡ ਦੇ ਹੈਡ accompanied his coffin to the village of Zainab. ਸੋ ਸਭ ਨੂੰ ਹੀ ਕਿੱਥੇ ਵਾਪਸ ਆਉਣਾ ਪਿਆ, ਸਭ ਨੂੰ ਹੀ ਲਾਹੌਰ ਵਾਪਸ ਆਉਣਾ ਪਿਆ. ਹਾਲੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ the Pakistanis had accompanied the coffin to the village of Zainab. There under a mountain of flowers, Bhutta Singh's remains were interred. So ਫਿਰ ਉੱਥੇ ਸੋ ਲੋਕਾਂ ਨੇ ਕੀ ਸੋਚਿਆ ਕਿ ਇਹਨੂੰ ਜਿਹੜੀ ਕਬਰ ਹੈ ਇਹਨੂੰ ਕਿੱਥੇ ਕਬਰ ਇਹਦੀ ਬਣਾਈ ਜਾਏ, ਲਾਹੌਰ ਦੇ ਵਿੱਚ ਹੀ. ਸੋ ਉੱਥੇ ਲੋਕਾਂ ਨੇ ਉਹਦੇ 'ਤੇ ਬਹੁਤ ਫੁੱਲ ਚੜ੍ਹਾਏ. ਈਵਨ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਮਾਊਂਟੇਨ ਆਫ ਫਲਾਵਰਸ ਵਰ ਦੇਅਰ, ਮਤਲਬ ਬਹੁਤ ਜ਼ਿਆਦਾ ਫਲਾਵਰਸ ਲੋਕਾਂ ਨੇ ਉਹਦੇ ਉੱਤੇ ਚੜ੍ਹਾਏ. ਔਰ ਫਿਰ ਉਹਦੇ ਜਿਹੜੇ ਰਿਮੇਨਸ ਸੀ, ਜਿਹੜੀ ਉਹਦੀ ਬੋਡੀ ਸੀ, ਉਹਨੂੰ ਕੀ ਕੀਤਾ ਗਿਆ, ਇਟ ਵਾਜ਼ ਬੈਰਿਡ. ਸੋ ਇੰਟਰਡ ਦਾ ਮਤਲਬ ਵੀ ਕੀ ਹੁੰਦਾ ਹੈ, ਦਬਾਣਾ. ਸੋ ਉਹਦੇ ਜਿਹੜੇ ਰਿਮੇਨਸ ਸੀਗੇ ਉਹਨਾਂ ਨੂੰ ਕੀ ਕੀਤਾ ਗਿਆ, ਬੈਰੀ ਕੀਤਾ ਗਿਆ. Zainab's family, however, enraged by the honor extended to Bhutta Singh, ਪਰ ਜਿਹੜੀ ਜ਼ੈਨਬ ਦਾ ਪਰਿਵਾਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਗੱਲ 'ਤੇ ਗੁੱਸਾ ਆਇਆ. enraged is a verb ਜਿਹੜਾ ਕਿ ਕਿਹਦੇ ਤੋਂ ਬਣਿਆ, ਰੇਜ ਤੋਂ. ਰੇਜ ਦਾ ਮਤਲਬ ਕੀ ਹੁੰਦਾ, ਬਹੁਤ ਜ਼ਿਆਦਾ ਗੁੱਸਾ.
ਸੋ ਉਹਨਾਂ ਨੂੰ ਕਿਹੜੀ ਚੀਜ਼ ਤੋਂ ਬਹੁਤ ਜ਼ਿਆਦਾ ਤਕਲੀਫ ਸੀ, ਬਹੁਤ ਜ਼ਿਆਦਾ ਗੁੱਸਾ ਕਿਹੜੀ ਚੀਜ਼ ਤੋਂ ਸੀਗਾ? ਬਾਏ ਦ ਆਨਰ ਐਕਸਟੈਂਡਡ ਟੂ ਬੂਟਾ ਸਿੰਘ, ਕਿ ਪਾਕਿਸਤਾਨੀਆਂ ਨੇ ਬੂਟਾ ਸਿੰਘ ਨੂੰ ਇੰਨੀ ਜ਼ਿਆਦਾ ਇੱਜ਼ਤ ਕਿਉਂ ਦਿੱਤੀ ਹੈ। ਇਸ ਚੀਜ਼ ਤੋਂ ਉਹ ਬਹੁਤ ਖਫਾ ਸੀ, ਗੁੱਸੇ ਸੀ। ਉਹਨਾਂ ਨੇ ਕੀ ਕੀਤਾ? ਸੈਂਟ ਅ ਕਮਾਂਡੋ ਟੂ ਲਾਹੌਰ ਟੂ ਅਪਰੂਟ ਐਂਡ ਪ੍ਰੋਫੇਨ ਹਿਸ ਟੂਮ। ਸੋ ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਇਹ ਵੀ ਗੱਲ ਬਰਦਾਸ਼ਤ ਨਹੀਂ ਸੀ ਕਿ ਜਿਹੜਾ ਬੂਟਾ ਸਿੰਘ ਹੈ ਉਹਦੀ ਕਬਰ ਕਿੱਥੇ ਬਣੀ ਹੋਈ ਹੈ? ਲਾਹੌਰ ਦੇ ਵਿੱਚ। ਸੋ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੱਕ ਕਮਾਂਡੋ ਭੇਜਿਆ। ਨਾ ਹੂ ਇਜ਼ ਅ ਕਮਾਂਡੋ, ਜਿਹੜਾ ਕਿ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਕੋਈ ਵੀ ਕੰਮ ਕਰ ਸਕਦਾ ਹੈ। ਫੋਰ ਐਗਜ਼ਾਮਪਲ, ਅ ਪਰਸਨ ਹੂ ਇਜ਼ ਕੇਪੇਬਲ ਆਫ ਕੈਰਿੰਗ ਆਊਟ ਅ ਕੁਇਕ ਅਟੈਕ। ਕਿਉਂਕਿ ਫੌਜ ਵਿੱਚ ਵੀ ਤੁਹਾਨੂੰ ਪਤਾ ਹੋਣਾ ਹੈ ਕਮਾਂਡੋਜ਼ ਹੁੰਦੇ ਜਿਹੜੇ ਕਿ ਕੀ ਕਰਦੇ, ਜਿਹੜੇ ਕਿ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਹੀ ਕੋਈ ਕੰਮ ਕਰ ਸਕਦੇ ਹੈ। ਬਹੁਤ ਵਾਰੀ ਜਦੋਂ ਯੂ ਮਸਟ ਹੈਵ heard when the planes are hijacked, then the commandos are sent in। ਇਸੇ ਤਰ੍ਹਾਂ ਦੇ ਨਾਲ ਜਦੋਂ ਬੈਂਕ ਦੇ ਵਿੱਚ ਲੁਟੇਰਿਆਂ ਨੇ ਕਈ ਵਾਰੀ ਕਬਜ਼ਾ ਕੀਤਾ ਹੁੰਦਾ, ਕਮਾਂਡੋਜ਼ ਨੂੰ ਭੇਜਿਆ ਜਾਂਦਾ, ਕਿਉਂਕਿ ਕਮਾਂਡੋਜ਼ ਕੀ ਕਰਦੇ? ਦੇ ਕੈਰੀ ਆਊਟ ਐਨ ਐਕਸ਼ਨ ਵੈਰੀ ਕੁਇਕਲੀ, ਜਿਹਦੇ ਨਾਲ ਕਿ ਜਿਹੜਾ ਹਮਲਾਵਰ ਹੁੰਦੇ ਜਿਹੜੇ ਉਹਨਾਂ ਨੂੰ ਕਿਸੇ ਨੂੰ ਵੀ ਮਾਰਨ ਦਾ ਮੌਕਾ ਨਹੀਂ ਮਿਲਦਾ। ਸੋ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜ਼ੈਨਬ ਦੇ ਪਰਿਵਾਰ ਨੇ ਦੇ ਸੈਂਟ ਅ ਕਮਾਂਡੋ ਟੂ ਲਾਹੌਰ ਟੂ ਅਪਰੂਟ, ਕਿ ਉਹਨਾਂ ਨੇ ਕੀ ਕਿਹਾ ਕਿ ਇਹਦੀ ਬੋਡੀ ਨੂੰ ਜਿਹੜੀ ਕਬਰ ਹੈ ਉਹ ਖੋਦੋ ਅਤੇ ਇਹਦੀ ਬੋਡੀ ਨੂੰ ਬਾਹਰ ਕੱਢ ਕੇ ਮਾਰੋ। ਐਂਡ ਪ੍ਰੋਫੇਨ ਹਿਸ ਟੂਮ। ਸੋ ਉਹਦੀ ਜਿਹੜੀ ਕਬਰ ਸੀ, ਉਹਦੀ ਜਿਹੜੀ ਟੂਮ ਸੀ, ਉਹਨੂੰ ਪ੍ਰੋਫੇਨ ਕਰਨਾ। ਪ੍ਰੋਫੇਨ ਦਾ ਮਤਲਬ ਵੀ ਕੀ ਹੈ? ਉਹਦੀ ਬੇਅਦਬੀ ਕਰਨੀ, ਡੈਡ ਬੋਡੀ ਨੂੰ ਬਾਹਰ ਕੱਢ ਕੇ ਸੁੱਟ ਦੇਣਾ। ਸੋ ਪ੍ਰੋਫੇਨ ਮੀਨਸ, profane is being used as a verb here, so profane here means to disrespect, कि बेअदबी करके आओ ਇਹਦੀ body ਦੀ। ਸੋ ਉਹਨਾਂ ਨੇ ਭੇਜਿਆ। Their savage action provoked a remarkable outburst from the city's population। ਸੋ ਉਹਨਾਂ ਦਾ ਜਿਹੜਾ ਜੰਗਲੀਆਂ ਵਾਲਾ ਇਹ ਐਕਸ਼ਨ ਸੀ, ਜਿਹੜਾ ਕਿ ਬਿਲਕੁਲ ਵੀ ਸੱਭਿਅ ਨਹੀਂ ਸੀ। Their savage action provoked a remarkable outburst from the city's population। ਸੋ ਜਦੋਂ ਉਹਨਾਂ ਨੇ ਆਹ ਕੰਮ ਕੀਤਾ, ਉਹਦੀ ਜਿਹੜੀ ਕਬਰ ਸੀ ਉਹਨੂੰ ਖਰਾਬ ਕੀਤਾ, ਉਹਦੇ 'ਚੋਂ ਉਹਨੂੰ ਖੋਦ ਦਿੱਤਾ, ਤਾਂ ਫਿਰ ਕੀ ਹੋਇਆ? ਉਹਨਾਂ ਦਾ ਜਿਹੜਾ ਇਹ ਵਾਲਾ ਐਕਸ਼ਨ ਸੀ, ਇਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ, ਉੱਥੋਂ ਦੇ ਲਾਹੌਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਬੂਟਾ ਸਿੰਘ ਵਾਜ਼ ਰੀ-ਇੰਟਰਡ ਅੰਡਰ ਅਨਦਰ ਮਾਊਂਟੇਨ ਆਫ ਫਲਾਵਰਸ। ਸੋ ਬੇਸ਼ੱਕ ਉਹ ਮੁਸਲਿਮ ਸੀਗੇ ਸਾਰੇ, ਦੇਵਰ ਪਾਕਿਸਤਾਨੀਜ਼, ਪਰ ਉਹਨਾਂ ਨੂੰ ਬੂਟਾ ਸਿੰਘ ਦੇ ਨਾਲ ਇੰਨੀ ਹਮਦਰਦੀ ਸੀ ਕਿ ਦੁਬਾਰਾ ਤੋਂ ਰੀ-ਇੰਟਰਡ ਦਾ ਮਤਲਬ ਵੀ ਕੀ ਹੋਇਆ? ਹੀ ਵਾਜ਼ ਬੈਰਿਡ ਅਗੇਨ। ਉੱਥੇ ਹੀ ਉਹਨੂੰ ਦੁਬਾਰਾ ਦਬਾਇਆ, ਔਰ ਐਤਕੀ ਵਾਰੀ ਵੀ ਉਹਦੇ ਉੱਪਰ ਜਿੱਦਾਂ ਉਹਦੇ ਤਾਬੂਤ ਦੇ ਉੱਪਰ ਜਿਸ ਤਰ੍ਹਾਂ ਫੁੱਲਾਂ ਦੇ ਪਹਾੜ ਸੀ। This time hundreds of Muslims volunteered to guard the grave of the Sikh convert। ਸੋ ਐਤਕੀ ਵਾਰੀ ਫਰਕ ਕੀ ਸੀ ਕਿ 100 ਦੀ ਗਿਣਤੀ ਦੇ ਵਿੱਚ ਮੁਸਲਿਮਸ ਨੇ ਖੁਦ ਆ ਕੇ ਅੱਗੇ ਕੀ ਕਿਹਾ ਕਿ ਅਸੀਂ ਇਹਦੀ ਜਿਹੜੀ ਕਬਰ ਹੈ ਉਹਨੂੰ ਅਸੀਂ ਕੀ ਕਰਾਂਗੇ? ਵੀ ਵਿਲ ਗਾਰਡ ਇਟ ਐਂਡ ਵੀ ਵਿਲ ਨਾਟ ਲੈਟ ਐਨੀਵਨ ਸ਼ੋ ਡਿਸਰਿਸਪੈਕਟ ਟੂ ਦ ਗ੍ਰੇਵ ਆਫ ਬੂਟਾ ਸਿੰਘ। ਸੋ ਐਤਕੀ ਵਾਰੀ ਉਹਨਾਂ ਨੇ ਅੱਗੇ ਆ ਕੇ ਕਿਹਾ। This time hundreds of Muslims volunteered। volunteer ਦਾ ਮਤਲਬ ਵੀ ਕੀ ਹੈ? ਖੁਦ ਅੱਗੇ ਆਏ, ਕਿਸੇ ਨੇ ਉਹਨਾਂ ਨੂੰ ਕਿਹਾ ਨਹੀਂ ਸੀ। to guard the grave of the Sikh convert। grave ਦਾ ਮਤਲਬ ਕੀ ਹੁੰਦਾ? ਕਬਰ। guard again used as a verb here। so ਉਹਦੇ ਉੱਤੇ ਪਹਿਰਾ ਦੇਣਗੇ ਉਹ, ਇਹਨਾਂ ਨੇ ਉਹਨਾਂ ਨੇ ਖੁਦ ਆਫਰ ਕੀਤਾ। illustrating with their generous gesture the hope that time might eventually efface in the Punjab the bitter heritage of 1947। ਸੋ ਉਹਨਾਂ ਦੇ ਇਹ ਸੈਕਸ਼ਨ ਦੇ ਨਾਲ ਇੱਕ ਜਿਹੜੀ ਉਹਨਾਂ ਨੇ ਇੱਕ ਜੈਨਰਸ ਜੈਸਚਰ ਦਿਖਾਇਆ ਸੀ। ਜੈਨਰਸ ਜੈਸਚਰ ਬਹੁਤ ਉਦਾਰਤਾ ਦਿਖਾਈ ਸੀ, ਕਿਉਂਕਿ ਬੂਟਾ ਸਿੰਘ ਵਾਜ਼ ਨਾਟ ਅ ਮੁਸਲਿਮ, ਹੀ ਵਾਜ਼ ਨਾਟ ਅ ਮੁਸਲਿਮ, ਹੀ ਵਾਜ਼ ਅ ਸਿੱਖ ਕਨਵਰਟ। ਸਿੱਖ ਕਨਵਰਟ ਦਾ ਮਤਲਬ ਕੀ ਹੈ? ਕਿ ਹੀ ਹੈਡ ਕਨਵਰਟਿਡ ਫਰੋਮ ਬੀਇੰਗ ਅ ਸਿੱਖ ਟੂ ਅ ਮੁਸਲਿਮ। ਸੋ ਫਿਰ ਉਹਦੇ ਨਾਲ ਵੀ ਇੰਨੀ ਉਦਾਰਤਾ ਦਿਖਾਉਣਾ। ਸੋ ਇਹਦੇ ਨਾਲ ਜਿਹੜਾ ਉਹਨਾਂ ਦਾ ਮੁਸਲਿਮਸ ਦਾ ਇਹ ਐਕਸ਼ਨ ਸੀ, ਉਹਦੇ ਨਾਲ ਰਾਈਟਰ ਕੀ ਕਹਿੰਦਾ ਕਿ ਕੀ ਉਮੀਦ ਜਗਦੀ ਹੈ ਕਿ ਹੋ ਸਕਦਾ ਹੈ ਕਿ ਸਮੇਂ ਜਿਹੜਾ ਹੈ ਹੌਲੀ ਹੌਲੀ ਜਿਹੜੀ ਕੜਵਾਹਟ ਹੈ ਜਿਹੜੀ ਕਿ ਦੋਨੋਂ ਕੰਟਰੀਜ਼ ਦੇ ਵਿੱਚ 1947 ਤੋਂ ਬਾਅਦ ਆਈ ਹੈ, ਉਹ ਕੜਵਾਹਟ ਵੀ ਟਾਈਮ ਦੇ ਨਾਲ ਹੌਲੀ ਹੌਲੀ ਖਤਮ ਹੋ ਜਾਵੇ। ਵਾਈ? ਬਿਕੋਜ਼
बेसिकली ਜਿਹੜਾ ਵੀ ਦੋਨੋਂ ਕੰਟਰੀਜ਼ ਹੈ ਦੇ ਸ਼ੇਅਰ lot many things. They were once upon a time. They have a common heritage, they have a common language, सब कुछ मिलता जुलता है. सो हो सकता है कि टाइम के नाल ये कड़वाहट भी ख़त्म हो जाए जिहड़ी कि डिवीजन ऑफ कंट्री तो बाद दोनों मुल्कां दे विच आई सी. मतलब जिहड़ा पाकिस्तान है इत्थों दी ही बनिया सीगा. सो नाउ आई होप the chapter is clear to you. Now let us cast a look at the glossary. ये आप कर लिया but still just have a look at it. Mountbatten's Burma campaign ये कित्थे हैगा ਜਦੋਂ ਅਸੀਂ ਬੂਟਾ ਸਿੰਘ ਦੀ ਉਹਦੀ ਫੌਜ ਦੇ ਵਿੱਚ ਜਿਹੜਾ ਟਾਈਮ ਸੀ ਉਹਦੇ ਬਾਰੇ ਗੱਲ ਕੀਤੀ ਕਿ ਇਹਨੇ ਲਾਰਡ ਮਾਊਂਟਬੈਟਨ ਦੇ ਅੰਡਰ ਇਹਨੇ ਮਤਲਬ ਜਿਹੜੀ ਲਾਰਡ ਮਾਊਂਟਬੈਟਨ ਨੇ ਜਿਹੜੀ ਬਰਮਾ ਦੇ ਵਿੱਚ ਫੌਜ ਭੇਜੀ ਸੀ ਉਹਦੇ ਵਿੱਚ ਬੂਟਾ ਸਿੰਘ ਵੀ ਸੀ. ਅਨਦਰ ਵਾਸ ਰਿਫਿਊਜੀ ਕਾਲਮ ਕੀ ਹੈ? ਕਾਲਮ ਇੱਕ ਲਾਈਨ ਨੂੰ ਕਹਿੰਦੇ ਆ ਜਿਹੜੀ ਸਿੱਧੀ ਲੋਕਾਂ ਦੀ ਤੁਰੀ ਜਾਂਦੀ ਹੈ. ਅ ਲਾਈਨ ਆਫ ਪੀਪਲ ਲੀਵਿੰਗ ਅ ਕੰਟਰੀ in a time of political unrest or war. इसी तरह ना providential ਦਾ ਮਤਲਬ ਕੀ ਹੈ? ਕਿਸਮਤ ਵਾਲੀ ਗੱਲ. then small holders ਜਿਹੜੇ ਛੋਟੇ ਛੋਟੇ ਕਿਸਾਨ ਹੁੰਦੇ ਆ. mystic circumambulations, you know, circles. then sash ਕੀ ਹੁੰਦਾ? ਪੱਲਾ. so it is basically ਕਿੱਦਾਂ ਦਾ ਕੱਪੜਾ ਹੁੰਦਾ ਜਿਹੜਾ ਕਿ unstitched ਹੁੰਦਾ and it is long and it is not very wide also. A piece of long and wide cloth worn around the waist here. so ਇੱਥੇ ਪੱਲਾ ਜਿਹੜਾ ਕਿ ਉਹਨਾਂ ਨੇ ਫੜਾਇਆ ਉਹਨੂੰ ਜ਼ੈਨਬ ਨੂੰ. ਡਿਟੈਂਸ਼ਨ ਕੈਂਪ ਜਿੱਥੇ ਕਿ ਕਿਹੜੇ ਲੋਕਾਂ ਨੂੰ ਰੱਖਿਆ ਜਾਂਦਾ ਜਿਸ ਤਰ੍ਹਾਂ ਹੁਣ ਕਿ ਬੰਗਲਾਦੇਸ਼ ਦੇ ਵੀ ਲੋਕਾਂ ਨੂੰ ਕੈਂਪਸ ਵਿੱਚ ਰੱਖਿਆ ਜਾਂਦਾ ਜਦੋਂ ਉਹ ਇਲੀਗਲੀ ਐਂਟਰ ਕਰਦੇ ਆ. ਸੋ ਡਿਟੈਂਸ਼ਨ ਕੈਂਪ ਦਾ ਮਤਲਬ ਹੀ ਕੀ ਹੈ ਕਿ ਉਹ ਵਾਲੀ ਜਗ੍ਹਾ ਜਿੱਥੇ ਕਿ ਜਿਹੜੇ ਕੋਈ ਇਲੀਗਲ ਇਮੀਗਰੈਂਟਸ ਹੁੰਦੇ ਆ. ਇਲੀਗਲ ਇਮੀਗਰੈਂਟਸ ਮੀਨਸ ਜਿਹੜੇ ਕਿ ਉਸ ਕੰਟਰੀ ਦੇ ਰਹਿਣ ਵਾਲੇ ਨਹੀਂ ਹੁੰਦੇ ਪਰ ਉਹ ਕਿਸੇ ਤਰ੍ਹਾਂ ਦੇ ਨਾਲ ਉਸ ਕੰਟਰੀ 'ਚ ਆਏ ਹੁੰਦੇ ਆ. ਉਹਨਾਂ ਨੂੰ ਫੜ ਕੇ ਫਿਰ ਇਹਨਾਂ ਕੈਂਪਸ ਦੇ ਵਿੱਚ ਰੱਖਿਆ ਜਾਂਦਾ. ਸੋ ਇੱਥੇ ਕਿਹਨੂੰ ਰੱਖਿਆ ਗਿਆ ਸੀ? ਜ਼ੈਨਬ ਨੂੰ. ਸ਼ੀ ਵਾਸ ਕੈਪਟ ਇਨ ਅ ਡਿਟੈਂਸ਼ਨ ਕੈਂਪ. ਹਾਲਾਂਕਿ ਉਹ ਸ਼ੀ ਬਿਲੋਂਗਡ ਟੂ ਇੰਡੀਆ ਓਨਲੀ ਓਰੀਜਨਲੀ ਬਟ ਦਿਸ ਵਾਸ ਦ ਟ੍ਰੈਜਡੀ ਆਫ ਦ ਪਾਰਟੀਸ਼ਨ ਕਿ ਉਹਨੂੰ ਉਸ ਆਪਣੀ ਹੀ ਕੰਟਰੀ ਦੇ ਵਿੱਚ ਉਹਨੂੰ ਫਿਰ 6 ਮਹੀਨੇ ਵਾਸਤੇ ਕਿੱਥੇ ਰੱਖਿਆ ਗਿਆ ਸੀ? ਡਿਟੈਂਸ਼ਨ ਕੈਂਪ ਦੇ ਵਿੱਚ ਜਿੱਥੇ ਬੂਟਾ ਉਹਨੂੰ ਰੋਜ਼ ਮਿਲਣ ਆਉਂਦਾ ਸੀ. ਇਲੀਗਲ ਇਮੀਗਰੈਂਟ ਅਗੇਨ ਜਿਹੜਾ ਕਿ ਕਿਸੇ ਦੂਸਰੀ ਕੰਟਰੀ ਦੇ ਵਿੱਚ ਐਂਟਰ ਕਰਦਾ ਹੈ ਬਿਨਾਂ ਇਜਾਜ਼ਤ ਤੋਂ. ਸੋ ਕਿਹਨੇ ਕੀਤਾ ਸੀ? ਬੂਟੇ ਨੇ. ਦੈਨ ਅ ਗੈਸਪ ਆਫ ਐਂਗੁਇਸ਼ ਇੱਕਦਮ ਜਦੋਂ ਸਾਹ ਖਿੱਚਣਾ. ਗੋਲਡ ਬ੍ਰੋਕੇਡ ਜਿਹੜਾ ਜ਼ਰੀ ਦਾ ਕੱਪੜਾ ਹੁੰਦਾ ਥਿਕ ਕੱਪੜਾ ਹੁੰਦਾ. ਬੌਬਲ ਛੋਟੀ ਮੋਟੀ ਚੀਜ਼ ਜਿਸ ਤਰ੍ਹਾਂ ਜਿਹੜੀ ਕਿ ਸ਼ਿੰਗਾਰ ਦੀ ਛੋਟੀ ਮੋਟੀ ਚੀਜ਼. ਦੈਨ ਵੈਟਰਨ ਮੀਨਸ ਜਿਹੜਾ ਕਿ ਵਿਅਕਤੀ ਨੇ ਜਿਸ ਤਰ੍ਹਾਂ ਜਿਹੜਾ ਫੌਜੀ ਹੈ ਜਿਹਨੇ ਕਾਫੀ ਲੜਾਈਆਂ ਦੇਖੀਆਂ ਉਹਨੂੰ ਆਪਾਂ ਕੀ ਕਹਾਂਗੇ? ਵੈਟਰਨ. ਅਗੇਨ ਮਸੋਲੀਅਮ ਦਰਗਾਹ ਦਾਤਾ ਗੰਗ ਬਖਸ਼ ਦੀ ਦਰਗਾਹ ਦੇ ਵਿੱਚ ਬੂਟੇ ਨੇ ਕੀ ਕੱਟੀ ਸੀ? ਰਾਤ ਕੱਟੀ ਸੀ. ਡਿਫਾਈਲਿੰਗ ਕਿਸੇ ਚੀਜ਼ ਨੂੰ ਅਪਵਿੱਤਰ ਕਰਨਾ. ਇਹ ਕਿੱਥੇ ਵਰਡ ਆਇਆ ਸੀ? ਇੱਥੇ ਜਿੱਥੇ ਕਿ ਜ਼ੈਨਬ ਦੀ ਲੜਕੀ ਨੂੰ ਜ਼ੈਨਬ ਦੇ ਕਜ਼ਨਸ ਅਤੇ ਉਹਦੇ ਪਰਿਵਾਰ ਨੇ ਹਸਬੈਂਡ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ. ਜ਼ੈਨਬ ਨੂੰ ਇਨਕਾਰ ਕਰਨਾ ਪਿਆ ਸੀ ਕਿਉਂਕਿ ਨੈਚੁਰਲੀ ਉਹਨਾਂ ਨੇ ਇੱਕ ਸਿੱਖ ਬਲੱਡ ਨੂੰ ਆਪਣੇ ਬਲੱਡ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਸੀਗਾ. ਦੈਨ ਸ਼ੇਅਰ ਕ੍ਰੋਪਰਸ ਇਹ ਕਿੱਥੇ ਯੂਜ਼ ਹੋਇਆ? ਜਿੱਥੇ ਜ਼ੈਨਬ ਦੇ ਪਰਿਵਾਰ ਵਾਲੇ ਜਿਹੜੇ ਕਿ ਰਾਜਸਥਾਨ 'ਚ ਜਦੋਂ ਰਹਿੰਦੇ ਸੀ. ਦੈਨ ਦੇ ਵਰ ਦ ਸ਼ੇਅਰ ਕ੍ਰੋਪਰਸ ਜਿਹੜੇ ਕਿ ਠੇਕੇ 'ਤੇ ਲੈ ਕੇ ਵਾਹੀ ਕਰਦੇ. ਇੰਟਰਡ, ਬੈਰਿਡ, ਦਬਾਨਾ.